जी आया नूं प्यारे विद्यार्थियों 7th क्लास ਦੀ मैथ ਦੀ बुक ਦਾ ਚੈप्टर नंबर 6 ट्राइएंगल्स ਇਸ ਦੇ ਨੋਟਸ ਦੀ ਅਗਲੀ ਕੜੀ ਨੋਟਸ ਪਾਰਟ 4 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਇਸ ਵੀਡੀਓ ਵਿੱਚ ਵੀ ਅਸੀਂ ਟ੍ਰਾਇੰਗਲਸ ਬਾਰੇ ਕੁਝ ਹੋਰ ਨਵੀਆਂ ਗੱਲਾਂ ਨਵੇਂ ਸਿਧਾਂਤ ਜਿਹੜੇ ਸਿੱਖਾਂਗੇ ਜੋ ਕਿ ਬੜੇ ਹੀ ਮਹੱਤਵਪੂਰਨ ਨੇ। ਦੇ ਆਰ ਵੈਰੀ ਇੰਪੋਰਟੈਂਟ। ਸੋ ਸਾਰੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਸਾਰੇ ਨੋਟਸ ਨੂੰ ਤੁਸੀਂ ਕਾਪੀ ਡਾਊਨ ਕਰ ਲਓ। ਇਹਨਾਂ ਨੂੰ ਸਮਝ ਕੇ ਫਿਰ ਤੁਹਾਡੇ ਲਈ ਚੈप्टर ਨੂੰ ਸਮਝਣਾ ਬੜਾ ਸੌਖਾ ਹੋ ਜਾਏਗਾ ਤੇ ਸਵਾਲ ਕਰਨੇ ਵੀ ਬੜੇ ਤੁਹਾਡੇ ਲਈ ਆਸਾਨ ਹੋ ਜਾਣਗੇ। ਸੋ ਆਓ ਸ਼ੁਰੂ ਕਰੀਏ ਟ੍ਰਾਇੰਗਲਸ ਨੋਟਸ ਪਾर्ट 4। ਥੋੜੀ ਜਿਹੀ ਰਿਵੀਜ਼ਨ ਕਰ ਲਈਏ, ਇੱਕ ਗੱਲ ਦੁਬਾਰਾ ਯਾਦ ਕਰ ਲਈਏ ਟ੍ਰਾਇੰਗਲ ਬਾਰੇ ਕਿ ਇਹ ਟ੍ਰਾਇੰਗਲ ਹੈਗਾ ABC, ਠੀਕ ਹੈ। A, B and C are the three vertices of the triangle ABC। ਸੋ A ਇੱਕ ਜਿਹੜਾ ਕੋਨਾ ਹੈਗਾ, ਇਹ ਵਰਟੈਕਸ ਹੈਗਾ, B ਇੱਕ ਵਰਟੈਕਸ ਹੈਗਾ ਤੇ C ਇੱਕ ਵਰਟੈਕਸ ਹੈਗਾ। AB, BC and C are the three sides। so AB, BC ਤੇ C ਇਹ 3 sides ਹੋ ਗਈਆਂ ਤੇ ਐਂਗਲ ABC ਔਰ ਐਂਗਲ B, ਇਹ ਵਾਲਾ ਐਂਗਲ BCA ਔਰ ਐਂਗਲ C, ਐਂਗਲ CAB ਔਰ ਐਂਗਲ A, they are the three interior angles of the triangle ABC। ਇਹ ਇੰਟੀਰੀਅਰ ਐਂਗਲ ਨੇ। ਐਵੇਂ ਤਾਂ ਦੁਬਾਰਾ ਇੱਥੇ ਪਾਇਆ ਸਲਾਈਡ ਕਿਉਂਕਿ ਅਸੀਂ ਇਸ ਵੀਡੀਓ ਵਿੱਚ ਐਕਸਟੀਰੀਅਰ ਐਂਗਲ ਬਾਰੇ ਸਿੱਖਣ ਜਾ ਰਹੇ ਹਾਂ। ਸੋ ਜੇ ਸਾਨੂੰ ਇੰਟੀਰੀਅਰ ਐਂਗਲ ਦਾ ਪਹਿਲੇ ਚੰਗੀ ਤਰ੍ਹਾਂ ਨਹੀਂ ਪਤਾ ਹੋਏਗਾ ਫਿਰ ਐਕਸਟੀਰੀਅਰ ਐਂਗਲ ਸਮਝਣਾ ਸਾਡੇ ਲਈ ਮੁਸ਼ਕਿਲ ਹੋ ਜਾਏਗਾ। ਸੋ ਇਸ ਕਰਕੇ ਮੈਂ ਦੁਬਾਰਾ ਹੈਗਾ ਤੁਹਾਨੂੰ ਰਿਵਾਈਜ਼ ਕਰਾ ਰਿਹਾ ਕਿ ਬੱਚੋ ਟ੍ਰਾਇੰਗਲ ਦੇ ਵਿੱਚ ਤਿੰਨ ਜਿਹੜੇ ਨੇ ਇਹ ਇੰਟੀਰੀਅਰ ਐਂਗਲ ਹੁੰਦੇ ਨੇ ਜਿਹੜੇ ਕੋਣ ट्रायंगल ਦੇ ਅੰਦਰ ਹੁੰਦੇ ਨੇ, ਠੀਕ ਹੈ। ਅੱਗੇ ਚਲੀਏ ਤੇ ਇੱਕ ਕੁਝ ਸਪੈਸ਼ਲ ਕੋਣ ਨੇ ਉਹਦੇ ਵਿੱਚ ਜਿਹੜਾ ਆਈਸੋਸਲੀਸ ਟ੍ਰਾਇੰਗਲ ਹੁੰਦਾ ਹੈ। ਇਨ ਐਨ ਆਈਸੋਸਲੀਸ ਟ੍ਰਾਇੰਗਲ, ਆਈਸੋਸਲੀਸ ਟ੍ਰਾਇੰਗਲ ਤੁਹਾਨੂੰ ਪਤਾ ਪਿਆਰੇ ਵਿਦਿਆਰਥੀਓ ਉਹ ਟ੍ਰਾਇੰਗਲ ਜਿਹੜੀਆਂ ਦੋ ਸਾਈਡਸ ਘੱਟ ਤੋਂ ਘੱਟ ਦੋ ਸਾਈਡਸ ਜਿਹੜੀਆਂ ਬਰਾਬਰ ਹੁੰਦੀਆਂ ਨੇ, ਉਹਦੇ ਵਿੱਚ ਦੋ ਕੋਣ ਵੀ ਬਰਾਬਰ ਹੁੰਦੇ ਨੇ, ਠੀਕ ਹੈ। ਦੀ ਐਂਗਲ ਬਿਟਵੀਨ ਦੀ ਟੂ ਇਕੁਅਲ ਸਾਈਡਸ ਇਜ਼ ਨੋਨ ਐਜ਼ ਦੀ ਵਰਟੈਕਸ ਐਂਗਲ ਔਰ ਐਪੈਕਸ ਐਂਗਲ। ਜਿਹੜਾ ਐਂਗਲ ਦੋ ਬਰਾਬਰ ਦੀਆਂ ਸਾਈਡਸ ਬਣਾਉਂਦੀਆਂ ਨੇ ਉਸ ਨੂੰ ਕਿਹਾ ਜਾਂਦਾ ਵਰਟੈਕਸ ਐਂਗਲ ਔਰ ਐਪੈਕਸ ਐਂਗਲ। The side opposite the vertex angle is called the base। ਇੱਕ ਤੇ ਦੋ ਸਾਈਡਾਂ ਬਰਾਬਰ ਹੋ ਗਈਆਂ ਤੇ ਜਿਹੜੀ ਤੀਜੀ ਸਾਈਡ ਹੈ ਅਨਇਕੁਅਲ ਸਾਈਡ ਹੈ ਉਹਨੂੰ ਕਿਹਾ ਜਾਂਦਾ ਹੈ ਬੇਸ। and the two equal angles on the base are called the base angles। ਬੱਚਿਓ ਇਹ ਜਿਹੜੀ ਟਰਮਸ ਹੈਗੀਆਂ ਨੇ ਨਾ ਆਈਸੋਸਲੀਸ ਟ੍ਰਾਇੰਗਲ, ਵਰਟੈਕਸ ਐਂਗਲ ਜਾਂ ਐਪੈਕਸ ਐਂਗਲ, ਬੇਸ ਐਂਗਲ, ਇਹ ਚੰਗੀ ਤਰ੍ਹਾਂ ਸਮਝ ਲਓ ਕਿਉਂਕਿ ਸਵਾਲ ਵਿੱਚ ਜਦ ਇਦਾਂ ਲਿਖਿਆ ਹੋਏਗਾ ਤੇ ਜੇ ਤੁਹਾਨੂੰ ਇਹ ਪਤਾ ਹੀ ਨਹੀਂ ਹੋਗਾ ਬੇਸ ਐਂਗਲ ਕੀ ਹੁੰਦਾ ਫਿਰ ਤੁਹਾਨੂੰ ਸਵਾਲ ਕਿੱਦਾਂ ਸਮਝ ਆਏਗਾ, ਠੀਕ ਹੈ। ਹੁਣ ਮੈਂ ਉਦਾਹਰਨ ਦਿੱਤਾ ਇੱਥੇ ਦੇਖੋ ਇਹ ਆਈਸੋਸਲੀਸ ਟ੍ਰਾਇੰਗਲ ਹੈ AB ਤੇ AC, ਦੇ ਆਰ ਇਕੁਅਲ ਸਾਈਡਸ। ਸੋ ਇਹ ਦੋਨਾਂ ਵਿੱਚ ਕਿਹੜਾ ਐਂਗਲ ਬਣ ਰਿਹਾ ਹੈ, ਇਹ ਵਾਲਾ ਐਂਗਲ ਬਣ ਰਿਹਾ ਹੈ, ਦੇਖੋ ਨਾ ਇੱਕ ਇਹ ਸਾਈਡ ਇਕੁਅਲ ਇੱਕ ਇਹ ਸਾਈਡ ਇਕੁਅਲ। ਸੋ ਮੈਂ ਕੀ ਕਿਹਾ ਐਂਗਲ ਬਿਟਵੀਨ ਦੀ ਟੂ ਇਕੁਅਲ ਸਾਈਡਸ, ਬਿਟਵੀਨ ਦੋਨਾਂ ਦੇ ਵਿੱਚ ਕੋਣ, ਇਹਨੂੰ ਇਹ ਜਿਹੜਾ ਐਂਗਲ ਹੈ BAC ਇਹਨੂੰ ਕਹਿੰਦੇ ਆ ਵਰਟੈਕਸ ਐਂਗਲ ਤੇ ਜਾਂ ਕੀ ਕਹਿੰਦੇ ਆ ਐਪੈਕਸ ਐਂਗਲ। ਤੇ ਇਹਦੇ ਆਪੋਜ਼ਿਟ ਸਾਈਡ ਕਿਹੜੀ ਹੈ, ਇਹ ਤੀਜੀ ਸਾਈਡ ਹੈ। ਤੇ ਇਸ ਲਾਈਨ ਨੂੰ ਆਈਸੋਸਲੀਸ ਟ੍ਰਾਇੰਗਲ ਵਿੱਚ ਕੀ ਕਹਾਂਗੇ ਬੇਸ। ਹਰੇਕ ਟ੍ਰਾਇੰਗਲ ਵਿੱਚ ਨਹੀਂ ਕਹਿੰਦੇ, ਇਹ ਸਿਰਫ ਆਈਸੋਸਲੀਸ ਟ੍ਰਾਇੰਗਲ ਵਿੱਚ ਇਦਾਂ ਕਹਿੰਦੇ ਆ। ਸੋ ਇਹ ਜਿਹੜੀ ਤੀਜੀ ਸਾਈਡ ਹੈ ਜਿਹੜੀ ਅਨਇਕੁਅਲ ਹੈ ਉਹਨੂੰ ਕਹਿੰਦੇ ਬੇਸ। ਤੇ ਇਹਦੇ ਤੇ ਦੋ ਕੋਣ ਕਿਹੜੇ ਬਣੇ ਨੇ, ਇੱਕ ਇਹ ਬਣਿਆ ਤੇ ਇੱਕ ਇਹ ਬਣਿਆ। ਇਹ ਦੋਨੋਂ ਕੋਣ ਬਰਾਬਰ ਨੇ ਕਿਉਂਕਿ ਇਹ ਵੀ ਇਹ ਲਾਈਨ ਬਰਾਬਰ ਹੈ ਤੇ ਇਹ ਲਾਈਨ ਬਰਾਬਰ ਹੈ। ਸੋ ਇਸ ਕਰਕੇ ਇਹ ਕੋਣ ਬਰਾਬਰ ਹੈ। ਦਿਸ ਐਂਗਲ ਇਜ਼ ਇਕੁਅਲ ਟੂ ਦਿਸ ਐਂਗਲ ਐਂਡ these two are known as base angles, ਠੀਕ ਹੈ। and the two equal angles on the base are called the base angles। thus angle A is the vertex angle, angle A is the vertex angle, angle B and C are the base angles, AB and AC are the equal sides or legs, AB and AC are the equal sides, BC is the base, BC is the base। ਇਹ ਗੱਲਾਂ ਨੂੰ ਚੰਗੀ ਤਰ੍ਹਾਂ ਮੈਮੋਰਾਈਜ਼ ਕਰ ਲਓ, ਚੰਗੀ ਤਰ੍ਹਾਂ ਰੱਟਾ ਲਗਾ ਲਓ, ਚੰਗੀ ਤਰ੍ਹਾਂ ਕੰਠ ਕਰ ਲਓ ਕਿ ਬੇਸ ਐਂਗਲ ਕਿਹੜਾ ਹੈ। ਤੇ ਕਈ ਵਾਰ ਦਾ ਲਿਖਿਆ ਹੁੰਦਾ ਵਨ ਆਫ ਦੀ ਬੇਸ ਐਂਗਲਸ। ਵਨ ਆਫ ਦੀ ਬੇਸ ਐਂਗਲਸ ਦਾ ਮਤਲਬ ਕੀ ਹੈ, ਇੱਕ ਬੇਸ ਐਂਗਲ ਦੇ ਦਿੱਤਾ ਹੈ ਤੇ ਦੂਜਾ ਬੇਸ ਐਂਗਲ ਉਹਦੇ ਬਰਾਬਰ ਹੀ ਹੋਏਗਾ, ਠੀਕ ਹੈ ਨਾ। ਮੈਂ ਜੇ ਕਹਾਂ ਵਨ ਆਫ ਦੀ ਬੇਸ ਐਂਗਲਸ ਇਜ਼ 40 ਡਿਗਰੀ ਤੇ ਮਤਲਬ ਕਿ ਇਹ 40 ਹੈ, ਇੱਕ ਬੇਸ ਐਂਗਲ ਕੋਈ ਵੀ ਲੈ ਲਓ ਤੇ ਦੂਜਾ ਵੀ 40 ਹੋਏਗਾ ਕਿਉਂਕਿ ਬੇਸ ਐਂਗਲਸ ਆਰ ਆਲਵੇਜ਼ ਇਕੁਅਲ ਟੂ ਈਚ ਅਦਰ, ਠੀਕ ਹੈ। ਅੱਗੇ ਚਲੀਏ ਹੁਣ ਆ ਗਿਆ ਐਕਸਟੀਰੀਅਰ ਐਂਗਲ। ਸਾਨੂੰ ਇੰਟੀਰੀਅਰ ਐਂਗਲ ਦਾ ਪਤਾ ਲੱਗ ਗਿਆ, ਬੇਸ ਐਂਗਲ ਦਾ ਪਤਾ ਲੱਗ ਗਿਆ, ਐਕਸਟੀਰੀਅਰ ਐਂਗਲ। exterior angle of a triangle।
ਐਨ ਐਕਸਟੀਰੀਅਰ ਐਂਗਲ ਇਜ਼ ਫਾਰਮਡ ਕਦੋਂ ਬਣਦਾ ਹੈ? when a side of a triangle is produced, ਜਦੋਂ ਇੱਕ ਸਾਈਡ ਟ੍ਰਾਇੰਗਲ ਦੀ ਕਿਸੇ ਪਾਸੇ ਨੂੰ ਵੀ ਅੱਗੇ ਵਧਾ ਦਿੱਤੀ ਜਾਵੇ, ਐਕਸਟੈਂਡ ਕਰ ਦਿੱਤੀ ਜਾਵੇ। ਇਸ ਪ੍ਰੋਡਿਊਸ ਦੀ ਜਗ੍ਹਾ ਤੁਸੀਂ ਇਸ ਐਕਸਟੈਂਡਡ ਵੀ ਲਿਖ ਸਕਦੇ ਹੋ। ਜਦੋਂ ਵੀ ਕਦੋਂ ਟ੍ਰਾਇੰਗਲ ਦੀ ਇੱਕ ਸਾਈਡ ਨੂੰ ਪ੍ਰੋਡਿਊਸ ਕਰ ਦੋ ਤੇ ਉਹਦੇ ਨਾਲ ਜਿਹੜਾ ਐਂਗਲ ਬਣੇਗਾ ਉਹਨੂੰ ਕਹਾਂਗੇ ਐਕਸਟੀਰੀਅਰ ਐਂਗਲ। ਐਕਸਟੀਰੀਅਰ ਮੀਨਸ ਆਊਟਸਾਈਡ। ਦਿਸ triangle is formed outside the triangle. Interior angle is formed inside the triangle. ठीक है। In the given figure, when side AB is produced, AB ਹੈਗੀ ਹੈ, ਇਹ ਪ੍ਰੋਡਿਊਸ ਕਰ ਦਿੱਤੀ, D ਤੱਕ ਪ੍ਰੋਡਿਊਸ ਕਰਤੀ, ਪ੍ਰੋਡਿਊਸ ਮੈਨੇ ਅੱਗੇ ਵਧਾ ਦਿੱਤੀ। ਠੀਕ ਹੈ, ਤੇ ਕੀ ਹੋਇਆ ਬੱਚਿਓ? ਐਂਗਲ ਡੀ ਐਕਸਟੀਰੀਅਰ ਐਂਗਲ DBC is formed। ਇਹ ਦੇਖੋ DBC, ਇਹ ਵਾਲਾ ਐਂਗਲ ਬਣ ਗਿਆ ਨਾ। ਹੁਣ ਇਹ ਐਂਗਲ ਕਿੱਥੇ ਹੈਗਾ? ਇਹ ਐਂਗਲ ਇਹ ਟ੍ਰਾਇੰਗਲ ਦੇ ਬਾਹਰ ਹੈਗਾ, ਬਿਕੋਜ਼ ਓਨਲੀ ਦੀ ਲਾਈਟ ਬਲੂ ਏਰੀਆ ਇਜ਼ ਦੀ ਇੰਟੀਰੀਅਰ ਪਾਰਟ। ਬਾਕੀ ਜਿਹੜਾ ਬਾਹਰਲਾ ਪਾਰਟ ਹੈ ਉਹ ਦੈਟ ਇਜ਼ ਐਕਸਟੀਰੀਅਰ ਪਾਰਟ। ਅਸੀਂ ਪਹਿਲੇ ਨੋਟਸ ਪਾਰਟ 1 ਵਿੱਚ ਸਿੱਖ ਚੁੱਕੇ ਹਾਂ। ਸੋ ਦੈਨ ਐਂਗਲ DBC is the exterior angle। ठीक है, दूसरा एग्जांपल ले लिए। The exterior angle ACD is formed। ACD is formed when the side BC is produced। BC is produced, BC produce कर देती ਤੇ ਇਹ ਵਾਲਾ ਐਂਗਲ ਬਣ ਗਿਆ। ਹੁਣ ਮੈਂ ਇੱਧਰ ਪ੍ਰੋਡਿਊਸ ਕਰਦਾ ਇਸ ਤਰ੍ਹਾਂ BA, ਇੱਧਰ ਪ੍ਰੋਡਿਊਸ ਕਰਦਾ ਉੱਪਰ ਤੇ ਇੱਕ ਐਂਗਲ ਬਣ ਜਾਏਗਾ। If I produce this way, ਇਸ ਤਰ੍ਹਾਂ ਪ੍ਰੋਡਿਊਸ ਕਰਦਾ ਤੇ ਐਂਗਲ ਬਣ ਜਾਏਗਾ। ਅਗਰ ਮੈਂ ਪ੍ਰੋਡਿਊਸ ਇਦਾਂ ਕਰ ਦਵਾਂ ਤੇ ਇਦਾਂ ਬਣ ਜਾਏਗਾ। ਇਸ ਤਰ੍ਹਾਂ ਬੱਚਿਓ ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ, ਇਦਾਂ 6 ਐਕਸਟੀਰੀਅਰ ਐਂਗਲ ਬਣ ਸਕਦੇ ਨੇ। ਠੀਕ ਹੈ, ਉਹ 6 ਦੇ ਵਿੱਚ ਜਿਹੜੇ ਨੇ ਉਹਨਾਂ ਦੀ 3 ਮੈਜ਼ਰਮੈਂਟ ਹੋਣਗੀਆਂ, ਇਕੁਅਲ ਪੇਅਰ ਹੋਣਗੇ। ਅਗਰ ਮੈਂ ਇੱਕ ਇਦਾਂ ਪ੍ਰੋਡਿਊਸ ਕਰ ਦਵਾਂ ਇਸ ਤਰ੍ਹਾਂ ਤੇ ਇਹ ਬਣੇਗਾ ਐਂਡ ਦੇ ਵਿਲ ਬੀ ਇਕੁਅਲ ਟੂ ਈਚ ਅਦਰ। ਠੀਕ ਹੈ, ਹਰ ਵਰਟੈਕਸ ਤੇ ਐਕਸਟੀਰੀਅਰ ਐਂਗਲ ਜਿਹੜੇ ਬਣਨਗੇ ਉਹ ਆਪਸ ਵਿੱਚ ਬਰਾਬਰ ਹੋਣਗੇ। ਇੱਥੇ ਮੈਂ ਇੱਕ ਇਹ ਇਦਾਂ ਪ੍ਰੋਡਿਊਸ ਕਰ ਦਵਾਂ ਤੇ ਇਹ ਬਣ ਜਾਏਗਾ। ਜੇ ਮੈਂ ਇਸ ਤਰ੍ਹਾਂ ਪ੍ਰੋਡਿਊਸ ਕਰ ਦਵਾਂ ਤੇ ਇਹ ਬਣ ਜਾਏਗਾ। ਸੋ ਦਿਸ ਐਂਗਲ ਐਂਡ ਦਿਸ ਐਂਗਲ ਵਿਲ ਬੀ ਇਕੁਅਲ। ਸੋ ਇਸ ਤਰ੍ਹਾਂ 6 ਐਂਗਲ ਐਕਸਟੀਰੀਅਰ ਐਂਗਲ ਬਣਾਏ ਜਾ ਸਕਦੇ ਨੇ ਤੇ ਉਹ ਜਿਹੜੇ 6 ਐਂਗਲ ਨੇ ਉਹ 3 ਬਰਾਬਰ ਦੇ ਐਂਗਲਸ ਦਾ ਪੇਅਰਸ ਬਣਾਉਣਗੇ, 3 ਪੇਅਰਸ ਬਣਾਉਣਗੇ ਐਂਡ ਈਚ ਪੇਅਰ ਵਿਲ ਬੀ ਇਕੁਅਲ ਟੂ ਈਚ ਅਦਰ। ਠੀਕ ਹੈ, ਈਚ ਪੇਅਰ ਦੇ ਵਿੱਚ ਜਿਹੜੇ ਦੋ ਐਂਗਲ ਹੋਣਗੇ, ਦੋ ਐਂਗਲਾਂ ਦਾ ਜੋੜਾ ਆਏਗਾ ਉਹ ਬਰਾਬਰ ਬਰਾਬਰ ਹੋਏਗਾ। ਠੀਕ ਹੈ, ਸੋ ਇਸ ਤਰ੍ਹਾਂ ਅਸੀਂ ਇਦਾਂ ਕਰਕੇ ਦਿਸ ਇਜ਼ ਐਨ ਐਕਸਟੀਰੀਅਰ ਐਂਗਲ। ਸੋ ਐਕਸਟੀਰੀਅਰ ਐਂਗਲ ਕਦੋਂ ਫਾਰਮ ਹੁੰਦਾ ਹੈ? ਇਹ ਯਾਦ ਰੱਖਣਾ ਹੈ, ਲਾਈਨ ਯਾਦ ਕਰ ਲਓ। ਐਨ ਐਕਸਟੀਰੀਅਰ ਐਂਗਲ ਇਜ਼ ਫਾਰਮਡ when a side of a triangle is produced and exterior angle is formed outside the triangle। ठीक है, आगे चलिए। ਹੁਣ ਆगे बच्चों adjacent interior angle and the opposite interior angles। adjacent interior angle ਹੈ ਇੱਕੋ ਹੀ ਹੁੰਦਾ ਹੈ angle ਤੇ opposite interior angles ਇਹ ਬਹੁਵਚਨ ਹੈ, ਇਹ ਦੋ ਹੁੰਦੇ ਨੇ ਤੇ ਇੱਕ ਹੁੰਦਾ ਹੈ। ਹੁਣ ਬੱਚਿਓ ਮੈਂ ਕਿਉਂ ਕਿਹਾ? ਕਿਉਂਕਿ ਅਸੀਂ ਇੰਟੀਰੀਅਰ ਐਂਗਲ ਬਾਰੇ ਜਾਣ ਲਿਆ ਪਹਿਲੇ। ਹੁਣ ਇਹ ਸਪੈਸ਼ਲ ਟਾਈਪ ਦੇ ਇੰਟੀਰੀਅਰ ਐਂਗਲ ਨੇ, ਐਡਜੈਸੈਂਟ ਇੰਟੀਰੀਅਰ ਐਂਗਲ ਤੇ ਆਪੋਜ਼ਿਟ ਇੰਟੀਰੀਅਰ ਐਂਗਲਸ। ਆਓ ਦੇਖੀਏ ਕੀ ਹੈ। ਐਂਗਲ ABC, ਐਂਗਲ BCA, ਐਂਗਲ CAB ਆਰ ਦੀ 3 ਇੰਟੀਰੀਅਰ ਐਂਗਲਸ ਆਫ ਦੀ ਟ੍ਰਾਇੰਗਲ ABC। ਇਹ ਤੇ ਅਸੀਂ ਜਾਣ ਲਿਆ। ਦੇਖੋ ਇਹ ਟ੍ਰਾਇੰਗਲ ABC ਹੈਗਾ, ਕਹਿੰਦੇ ABC, BCA and CAB are the 3 interior angles of the triangle ABC। ਇਹ ਤੇ ਅਸੀਂ ਗੱਲ ਪਹਿਲੇ ਸਿੱਖ ਲਈ ਹੈ। ਠੀਕ ਹੈ, ਹੁਣ ਕਹਿੰਦੇ ਦੀ 2 ਇੰਟੀਰੀਅਰ ਐਂਗਲਸ, 2 ਇੰਟੀਰੀਅਰ ਐਂਗਲਸ ਆਪੋਜ਼ਿਟ, ਆਪੋਜ਼ਿਟ ਮਤਲਬ ਸਨਮੁਖ ਟੂ ਦੀ ਐਕਸਟੀਰੀਅਰ ਐਂਗਲ ਆਰ ਕਾਲਡ ਆਪੋਜ਼ਿਟ ਇੰਟੀਰੀਅਰ ਐਂਗਲਸ। ਹੁਣ ਦੇਖੋ ਇਹ ਕੀ ਹੈਗਾ? ਐਕਸਟੀਰੀਅਰ ਐਂਗਲ ਹੈਗਾ। ਇਹਦੇ ਆਪੋਜ਼ਿਟ ਐਂਗਲ ਕਿਹੜੇ ਨੇ? 2, ਇੱਕ ਇਹ ਹੈਗਾ ਤੇ ਇੱਕ ਹੈਗਾ ਤੇ ਦੋਨੋਂ ਕਿਹੜੇ ਨੇ? ਇੰਟੀਰੀਅਰ ਐਂਗਲ ਨੇ। ਇਹ 2 ਇੰਟੀਰੀਅਰ ਐਂਗਲ ਜਿਹੜੇ ਇਸ ਐਕਸਟੀਰੀਅਰ ਐਂਗਲ ਦੇ ਆਪੋਜ਼ਿਟ ਹੈਗੇ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਆਪੋਜ਼ਿਟ ਇੰਟੀਰੀਅਰ ਐਂਗਲਸ। ਸੋ ਇੰਟੀਰੀਅਰ ਐਂਗਲਸ opposite to the exterior angle are called opposite interior angles। ਇसी ਤਰ੍ਹਾਂ ਬੱਚਿਓ ਜੇ ਮੈਂ ਇੱਧਰ ਬਣਾ ਦਵਾਂ ਇਸ ਤਰ੍ਹਾਂ ਤੇ ਇਹ ਇੱਥੇ exterior angle ਬਣ ਜਾਏਗਾ। ਫਿਰ ਇਹ ਦੋਨੋਂ ਜਿਹੜੇ ਨੇ ਥੱਲੇ ਵਾਲੇ ਇਹ ਬਣ ਜਾਣਗੇ opposite interior angles। ਹੁਣ ਜੇ ਮੈਂ ਇੱਥੇ ਕਰ ਦਵਾਂ, ਇਹ ਮੈਂ ਇੱਦਾਂ ਪ੍ਰੋਡਿਊਸ ਕਰ ਦਵਾਂ ਲਾਈਨ ਇੱਧਰ ਨੂੰ ਤੇ ਇਹ exterior angle ਬਣ ਜਾਏਗਾ ਇਹ ਵਾਲਾ, ਤੇ ਫਿਰ ਇਹ ਵਾਲਾ ਐਂਗਲ A ਅਤੇ C ਬਣ ਜਾਣਗੇ opposite interior angles। ਠੀਕ ਹੈ, ਸੋ ਇਹਦਾ ਮਤਲਬ ਕੀ ਹੋਇਆ ਕਿ opposite interior angles ਇਹ ਟਰਮ ਅਸੀਂ ਤਾਂ ਯੂਜ਼ ਕਰਦੇ ਹਾਂ ਜਦੋਂ exterior angle ਦੀ ਗੱਲ ਵੀ ਕਰਨੀ ਹੋਵੇ। ਜਦੋਂ exterior angle ਦੀ ਚਰਚਾ ਨਹੀਂ ਹੋ ਰਹੀ
ਜਦੋਂ ਐਕਸਟੀਰੀਅਰ ਐਂਗਲ ਦਾ ਮੈਂਸ਼ਨ ਨਹੀਂ ਹੋ ਰਿਹਾ ਤੇ ਫਿਰ ਕੋਈ ਵੀ ਆਪੋਜ਼ਿਟ ਇੰਟੀਰੀਅਰ ਐਂਗਲ ਨਹੀਂ ਹੁੰਦੇ, ਦੇ ਆਰ ਜਸਟ ਇੰਟੀਰੀਅਰ ਐਂਗਲਸ। ਠੀਕ ਹੈ, ਤੇਰਾ ਤੀਜਾ ਬਚ ਗਿਆ, ਹੁਣ ਇਹ ਤੀਜਾ ਬਚ ਗਿਆ, ਇਹ ਕਿਹਦੇ ਨਾਲ ਹੈਗਾ, ਇਹ ਦੇਖੋ ਇਹਦੇ ਨਾਲ ਜੁੜ ਕੇ ਬੈਠਾ ਨਾ, ਇਹ ਹੋ ਗਿਆ ਐਡਜੈਸੈਂਟ। ਐਡਜੈਸੈਂਟ ਕਿਹੜਾ ਹੁੰਦਾ, ਜਿਹੜਾ ਨਾਲ ਜੁੜ ਕੇ ਬੈਠਾ ਹੈ। ਸੋ ਦੀ ਥਰਡ ਇੰਟੀਰੀਅਰ ਐਂਗਲ ਇਜ਼ ਨੋਨ ਐਜ਼ ਐਡਜੈਸੈਂਟ ਇੰਟੀਰੀਅਰ ਐਂਗਲ। ਹੁਣ ਬੱਚੋ ਜੇ ਕੁਐਸਚਨ 'ਚ ਲਿਖਿਆ ਹੋਵੇ ਐਡਜੈਸੈਂਟ ਇੰਟੀਰੀਅਰ ਐਂਗਲ ਇੰਨਾ ਹੈਗਾ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਐਡਜੈਸੈਂਟ ਇੰਟੀਰੀਅਰ ਐਂਗਲ ਕਿਹੜਾ ਹੈ। ਜੇ ਉਹ ਕਹਿਣ one of the opposite interior angles is so and so, ਤੁਹਾਨੂੰ ਪਤਾ ਹੋਣਾ ਚਾਹੀਦਾ opposite interior angle ਕਿਹੜੇ ਹੁੰਦੇ ਨੇ। ਸੋ exterior angle ਦੇ opposite ਦੋ ਜਿਹੜੇ ਐਂਗਲ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ opposite interior angles, ਤੇ exterior angle ਦੇ ਨਾਲ ਜਿਹੜਾ ਜੁੜਿਆ ਹੁੰਦਾ ਹੈ interior angle ਉਹਨੂੰ ਕਿਹਾ ਜਾਂਦਾ ਹੈ adjacent interior angle। ਠੀਕ ਹੈ ਬੱਚਿਓ, ਸੋ thus ਇਸ ਲਈ angle ABC and angle CAB, angle ABC and CAB are the two opposite interior angles, and angle BCA is the adjacent interior angle। ठीक है, आगे चलिए। ओके, exterior angle and adjacent interior angle इन्हां दा रिश्ता की आपस विच। ठीक है, in any triangle the sum of an exterior angle and the adjacent interior angle is always 180 degree। ਇਹ ਬੱਚੇ याद रखना है, किसी भी ट्रायंगल ਦੇ ਵਿੱਚ exterior angle ਅਤੇ ਉਹਦੇ ਨਾਲ ਦਾ ਜਿਹੜਾ adjacent interior angle ਹੈ ਉਹਨਾਂ ਦਾ ਸਮ, ਉਹਨਾਂ ਦਾ ਐਡੀਸ਼ਨ, ਉਹਨਾਂ ਦਾ ਜੋੜਫਲ ਹਮੇਸ਼ਾ 180 ਡਿਗਰੀ ਹੋਏਗਾ। ਇਹ ਰੱਟਾ ਲਾ ਲੈਣਾ ਇਸ ਗੱਲ ਨੂੰ। ਠੀਕ ਹੈ, ਇਹ ਫਿਲ ਇਨ ਦੀ ਬਲੈਂਕਸ ਵਿੱਚ ਵੀ ਸਵਾਲ ਆ ਸਕਦੇ ਨੇ, ਮਲਟੀਪਲ ਚੁਆਇਸ ਕੁਐਸਚਨ ਵਿੱਚ ਵੀ ਸਵਾਲ ਆ ਸਕਦੇ ਨੇ। ਦਿਸ ਇਜ਼ ਬਿਕੋਜ਼, ਕਿਉਂ ਹੈ, ਦਿਸ ਇਜ਼ ਬਿਕੋਜ਼ every pair of an exterior angle and its adjacent interior angle forms a linear pair। याद करो बच्चों, ਲਾਈਨਸ ਐਂਡ ਐਂਗਲਸ ਦੇ ਚੈਪਟਰ ਦੇ ਵਿੱਚ ਨੋਟਸ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਲੀਨੀਅਰ ਪੇਅਰ ਜਿਹੜਾ ਹੁੰਦਾ ਹੈ ਉਹਦਾ ਜੋੜ 180 ਡਿਗਰੀ ਹੁੰਦਾ ਹੈ। ਠੀਕ ਹੈ, ਆਓ ਦੇਖੋ ਹੁਣ ABC ਜਮਾ DBC, ABC ਜਮਾ DBC, ਇਹ ਦੇਖੋ ਇਹ ਹੈਗਾ ਐਡਜੈਸੈਂਟ ਇੰਟੀਰੀਅਰ ਐਂਗਲ ਤੇ ਇਹ ਹੈਗਾ ਐਕਸਟੀਰੀਅਰ ਐਂਗਲ, ਤੇ ਸਟ੍ਰੇਟ ਲਾਈਨ ਹੋ ਗਈ ਨਾ ਬੱਚਿਓ, ਤੇ ਲੀਨੀਅਰ ਪੇਅਰ ਬਣ ਗਿਆ। ਸੋ ਦਿਸ ਐਂਗਲ ਪੂਰਾ ਇਹਦਾ ਜੋੜ ਜਮਾ ਇਹਦਾ ਜੋੜ 180 ਡਿਗਰੀ ਹੋਏਗਾ। इसी तरह BCA इंटीरियर एंगल हो गया, एडजेसेंट इंटीरियर एंगल, ते ACE एक्सटीरियर एंगल हो गया, ए जमा ए 180 डिग्री, बिकॉज दे फॉर्म अ लीनियर पेयर बिकॉज स्ट्रेट लाइन है। इसी तरह एंगल BAC जमा BAF, दिस एक्सटीरियर एंगल जमा एडजेसेंट इंटीरियर एंगल, ਇਹਨਾਂ ਦਾ ਜੋੜ ਵੀ 180 ਡਿਗਰੀ ਹੋਏਗਾ ਬਿਕੋਜ਼ ਦੇ ਫਾਰਮ ਅ ਲੀਨੀਅਰ ਪੇਅਰ। ਬੜੀ ਇੰਪੋਰਟੈਂਟ ਗੱਲ ਹੈ, ਇਹ ਚੇਤੇ ਰੱਖਣੀ ਹੈ। ਅੱਗੇ ਚਲੀਏ, ਹੁਣ ਆ ਗਿਆ ਰਿਸ਼ਤਾ ਐਕਸਟੀਰੀਅਰ ਐਂਗਲ ਪ੍ਰੋਪਰਟੀ ਆਫ ਅ ਟ੍ਰਾਇੰਗਲ ਵਿਦ ਆਪੋਜ਼ਿਟ ਇੰਟੀਰੀਅਰ ਐਂਗਲਸ। ਹੁਣ ਅਸੀਂ ਪੜ੍ਹਿਆ ਕਿ ਰਿਲੇਸ਼ਨਸ਼ਿਪ ਬਿਟਵੀਨ ਐਕਸਟੀਰੀਅਰ ਐਂਗਲ ਐਂਡ ਐਡਜੈਸੈਂਟ ਇੰਟੀਰੀਅਰ ਐਂਗਲ। ਹੁਣ ਅਸੀਂ ਪੜ੍ਹਾਂਗੇ ਰਿਲੇਸ਼ਨ ਬਿਟਵੀਨ ਐਕਸਟੀਰੀਅਰ ਐਂਗਲ ਐਂਡ ਦੀ ਆਪੋਜ਼ਿਟ ਇੰਟੀਰੀਅਰ ਐਂਗਲਸ। देखो, we have already learnt, ਅਸੀਂ ਪਹਿਲਾਂ ਸਿੱਖ ਚੁੱਕੇ ਹਾਂ that the two interior angles opposite to the exterior angle are called opposite interior angles। ਅਸੀਂ ਜਾਣ ਚੁੱਕੇ ਹਾਂ ਕਿ exterior angle ਦੇ ਸਨਮੁਖ opposite ਜਿਹੜੇ ਦੋ interior angle ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ opposite interior angles। It is important to remember, ਇਹ ਗੱਲ ਯਾਦ ਰੱਖਣੀ ਬੜੀ ਜ਼ਰੂਰੀ ਹੈ, ਬੜੀ ਮਹੱਤਵਪੂਰਨ ਹੈ, that an exterior angle of a triangle is equal to the sum of its opposite interior angles। बड़ी इंपॉर्टेंट गल है बच्चों, ਜਿਹੜਾ exterior angle है वो opposite interior angle ਦੇ ਜੋੜ ਦੇ ਬਰਾਬਰ ਹੋਏਗਾ। ठीक है, ਇਹਦਾ ਮਤਲਬ ਕੀ ਹੋਇਆ, ਦੇਖੋ ਇਹ exterior angle ਹੈਗਾ, ਇਹ ਕੀ ਹੈਗਾ DCA, ਤੇ ਇਹ ਦੋ interior angle ਹੈਗੇ ਨੇ opposite interior angle। ਇਹਦਾ ਮਤਲਬ ਕੀ ਹੈ ਕਿ DCA is equal to CAB जमा ABC, CAB जमा ABC। ठीक है, सो एंगल ABC जमा एंगल CAB is equal to DCA। ਇਹ ਬੱਚਿਓ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਸੋ exterior angle is equal to the sum of the two opposite interior angles। So if we know any two angles, the third can be found। ਹੁਣ ਬੱਚੋ ਸਵਾਲ ਆ ਸਕਦਾ ਹੈ, ਤਿੰਨ ਐਂਗਲ ਹੈ ਨਾ, ਇਹ ਚੋਂ ਦੋ ਐਂਗਲ ਦੇ ਰਹਿਣਗੇ, ਮੰਨ ਲਓ ਇਹ ਦੋ ਐਂਗਲ ਦੇ ਦਿੱਤੇ, ਕਹਿੰਦੇ ਇਹ ਪਤਾ ਕਰੋ, ਤੇ ਜੋੜ ਕੇ ਆ ਜਾਏਗਾ।
ਤੇ ਜੇ ਉਹਨਾਂ ਨੇ ਇੱਕ ਇਹ ਵਾਲਾ ਕੋਣ ਦੇ ਦਿੱਤਾ, ਇੱਕ ਇਹ ਵਾਲਾ ਐਂਗਲ ਦੇ ਦਿੱਤਾ ਤੇ ਇੱਕ ਇਹ ਵਾਲਾ ਦੇ ਦਿੱਤਾ ਤੇ ਕਹਿਣਗੇ ਇਹ ਪਤਾ ਕਰੋ, ਤੇ ਅਸੀਂ ਇਹਨੂੰ ਇੱਥੇ ਲੈ ਜਾਵਾਂਗੇ, DCA ਵਿੱਚੋਂ CAB ਘਟਾ ਦਾਂਗੇ, ਸਾਡਾ ABC ਆ ਜਾਏਗਾ। ਜੋ ਕਹਿਣਗੇ CAB ਦਿੱਤਾ ਹੋਇਆ ਹੈ, DCA ਦਿੱਤਾ ਹੋਇਆ ਤੇ ABC ਪਤਾ ਕਰੋ, ਸੋ ਅਸੀਂ CAB ਨੂੰ ਇੱਥੇ ਲੈ ਜਾਵਾਂਗੇ, DCA ਚੋਂ CAB ਘਟਾ ਦਾਂਗੇ, ਸਾਡੇ ਕੋਲ ਐਂਗਲ ABC ਆ ਜਾਏਗਾ। ਸੋ ਇਹ ਬੜੀ ਇੰਪੋਰਟੈਂਟ ਹੈ, ਤੁਹਾਡੀ ਕਿਸਮ ਦੀ ਇਕੁਏਸ਼ਨ ਬਣ ਗਈ ਹੈ, ਸਿੰਪਲ ਇਕੁਏਸ਼ਨ, ਲੀਨੀਅਰ ਇਕੁਏਸ਼ਨ। ਸੋ ਤਿੰਨ ਐਂਗਲ ਨੇ, ਇਹ ਸਾਨੂੰ ਯਾਦ ਰੱਖਣਾ ਹੈ। The sum of two interior angles is equal to the exterior angle। ਤੇ ਦੋ ਕੋਣ ਕੋਈ ਵੀ ਪਤਾ ਹੋਣ, ਦੋ ਐਂਗਲ ਪਤਾ ਹੋਣ, ਤੀਸਰਾ ਪਤਾ ਲਗਾਇਆ ਜਾ ਸਕਦਾ ਹੈ। ਆਓ ਦੇਖਿਓ ਐਂਗਲ ਸਮ ਪ੍ਰੋਪਰਟੀ, ਉਹ ਇੱਥੇ T ਤੋਂ ਬਾਅਦ Y ਨਹੀਂ ਲੱਗਾ ਬੱਚਿਓ, Y ਲਗਾ ਲਿਓ, ਪ੍ਰੋਪਰਟੀ ਨਹੀਂ ਹੈਗਾ, ਪ੍ਰੋਪਰਟੀ ਹੈ। ਐਂਗਲ ਸਮ ਪ੍ਰੋਪਰਟੀ ਆਫ ਅ ਟ੍ਰਾਇੰਗਲ, ਕਿਸੇ ਵੀ ਟ੍ਰਾਇੰਗਲ ਦੀ ਐਂਗਲ ਸਮ ਪ੍ਰੋਪਰਟੀ ਕੀ ਹੁੰਦੀ ਹੈ? ਇਨ ਐਨੀ ਟ੍ਰਾਇੰਗਲ the sum of the three interior angles is always 180 degree। ठीक है बच्चों, जिदा ਅਸੀਂ ਕਿਹਾ ਸੀ ਨਾ ਕਿ sum of exterior angle and the adjacent interior angle is 180 degree, ਤੇ ਦੂਜੀ ਇੱਕ ਪ੍ਰੋਪਰਟੀ ਹੈਗੀ ਹੈ the sum of the three interior angles is always 180 degree। ਹਮੇਸ਼ਾ ਕੋਈ ਵੀ ਟ੍ਰਾਇੰਗਲ ਲੈ ਲਓ, ਸਕੇਲੀਨ ਲੈ ਲਓ, ਆਈਸੋਸੀਲਸ ਲੈ ਲਓ, ਆਪਣਾ ਇਕੁਇਲੇਟਰਲ ਲੈ ਲਓ, एक्यूट एंगल ले लो, ऑब्ट्यूज एंगल ले लो, राइट एंगल ले लो, स्मॉल, मीडियम, लार्ज, इनॉर्मस, ह्यूज, दुनिया का कोई भी ट्रायंगल ले लो, उस ट्रायंगल के तीनों जड़े एंगल होंगे इंटीरियर एंगल्स, उन्हों का जोड़ हमेशा 180 डिग्री होएगा। ठीक है, देखो एंगल ABC जमा एंगल BCA जमा एंगल CAB इक्वल टू 180 डिग्री। यह बच्चों तथ्य है, यह सच्चाई हैगी है, यह एक किस्म का फैक्ट है। ठीक है, thus ਇੱਥੇ ਵੀ if any two angles are known the third angle can easily be found। ਉਹਨਾਂ ਨੇ ਮੰਨ ਲਓ ਸਾਨੂੰ ਇਹ ਕੋਣ ਨਹੀਂ ਦਿੱਤਾ, ਇਹ ਦੇ ਦਿੱਤਾ ਤੇ ਇਹ ਦੇ ਦਿੱਤਾ, ਕਹਿੰਦੇ ਕਿਸੇ ਤਿੰਨ ਇੱਕ ਟ੍ਰਾਇੰਗਲ ਹੈ, ਉਹਦੇ ਦੋ ਕੋਣ ਹੈਗੇ ਨੇ, ਤੀਜਾ ਪਤਾ ਕਰੋ। ਤੁਹਾਡੇ ਦੋ ਕੋਣ ਨੇ, ਇਹ ਅਸੀਂ ਇਹਨੂੰ ਵੀ ਇੱਥੇ ਲੈ ਗਏ 180 ਚੋਂ ਘਟਾਤਾ, ਇਹਨੂੰ ਵੀ ਇੱਥੇ ਲੈ ਗਏ, ਉਹਨੂੰ 180 ਚੋਂ ਘਟਾ ਕੇ ਜਿਹੜਾ ਇਹ ਘਟਾਇਆ ਸੀ ਉਹਦੇ ਚੋਂ ਇਹ ਵੀ ਘਟਾਤਾ, ਤੇ ਸਾਡੇ ਕੋਲ ABC ਆ ਜਾਏਗਾ। ਸੋ ਇਹ ਤਿੰਨਾਂ ਵਿੱਚੋਂ ਇੱਕ ਨਾ ਦਿੱਤਾ ਹੋਵੇ, ਬਾਕੀ ਦੋ ਕੋਈ ਵੀ ਦਿੱਤੇ ਹੋਣ, ਤੇ ਅਸੀਂ ਤੀਸਰਾ ਪਤਾ ਲਗਾ ਸਕਦੇ ਹਾਂ। ਕਿਸ ਤਰ੍ਹਾਂ? ਜਿਹੜੇ ਬਾਕੀ ਦੇ ਦੋ ਹੋਣਗੇ ਉਹਨਾਂ ਨੂੰ ਜੋੜ ਕੇ 180 ਚੋਂ ਘਟਾ ਦਾਂਗੇ ਤੇ ਸਾਡੇ ਕੋਲ ਤੀਸਰਾ ਕੋਣ ਆ ਜਾਏਗਾ, ਤੀਸਰਾ ਐਂਗਲ ਆ ਜਾਏਗਾ। ਠੀਕ ਹੈ, ਅੱਗੇ ਚੱਲੀਏ। ਓਕੇ, ਹੁਣ ਰਾਈਟ ਐਂਗਲ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਲੈ ਲਈਏ, ਕਿਉਂਕਿ ਅਗਲੇ ਵੀਡੀਓ ਵਿੱਚ ਅਸੀਂ ਰਾਈਟ ਐਂਗਲ ਦੇ ਬਾਰੇ, ਪਾਇਥਾਗੋਰਸ ਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਇਨ ਆ ਰਾਈਟ ਐਂਗਲ ਟ੍ਰਾਇੰਗਲ, ਜਿਹੜਾ ਸਮਕੋਣ ਤ੍ਰਿਭੁਜ ਹੈ, ਅਰਥਾਤ ਜਿਹਦੇ ਵਿੱਚ ਇੱਕ ਕੋਣ, ਇੱਕ ਐਂਗਲ 90 ਡਿਗਰੀ ਹੁੰਦਾ ਹੈ। ਇਨ ਅ ਰਾਈਟ ਐਂਗਲ ਟ੍ਰਾਇੰਗਲ the side opposite to the right angle is called the hypotenuse। ਵਾਹ ਵੀ ਰਾਈਟ ਐਂਗਲ ਨੂੰ ਬੱਚਿਓ, ਰਾਈਟ ਟ੍ਰਾਇੰਗਲ ਨੂੰ ਨਾ ਇੱਕ ਖਾਸ ਰੁਤਬਾ ਹਾਸਿਲ ਹੈ। ਇਹ ਟ੍ਰਾਇੰਗਲ ਬੜਾ ਸਪੈਸ਼ਲ ਹੈਗਾ ਹੈ। ਜਦੋਂ ਤੁਸੀਂ 9ਵੀਂ ਕਲਾਸ ਵਿੱਚ ਜਾਓਗੇ ਨਾ, ਤੇ ਤੁਹਾਨੂੰ ਰਾਈਟ ਐਂਗਲ ਟ੍ਰਾਇੰਗਲ ਦੇ ਉੱਤੇ ਬੜੇ ਸਾਰੇ ਸਪੈਸ਼ਲ ਸਵਾਲ ਕਰਨ ਨੂੰ ਮਿਲਣਗੇ। ਠੀਕ ਹੈ, ਸੋ ਜਿਹੜਾ ਹੁਣ ਰਾਈਟ ਐਂਗਲ ਟ੍ਰਾਇੰਗਲ ਹੁੰਦਾ ਹੈ, ਇਹਦਾ ਜਿਹੜਾ 90 ਡਿਗਰੀ ਦਾ ਕੋਣ ਹੈ, ਇਹਦੀ ਜਿਹੜੀ ਇਹ ਵਾਲੀ ਸਾਈਡ ਹੈ, ਇਹਦਾ ਇੱਕ ਖਾਸ ਨਾਂ ਪਾ ਦਿੱਤਾ ਹੈ ਮਾਹਰਾਂ ਨੇ, ਜਿਹੜੇ ਮੈਥਮੈਟੀਸ਼ੀਅਨਸ ਹੈਗੇ ਨੇ ਨਾ, ਉਹਨਾਂ ਨੇ ਇਹਦਾ ਇੱਕ ਖਾਸ ਨਾਂ ਰੱਖਿਆ ਹੋਇਆ, ਉਹਨੂੰ ਕਹਿੰਦੇ ਨੇ ਹਾਈਪੋਟੇਨਿਊਸ। ਤੈਨੂੰ ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ ਸ਼ਤਕਰਨ ਜਾਂ ਵਿਕਰਨ ਕਹਿੰਦੇ ਹਾਂ, ਮੇਰੇ ਖਿਆਲ ਮੈਨੂੰ ਯਾਦ ਨਹੀਂ ਆ ਰਿਹਾ, ਕਰਨ ਜਾਂ ਵਿਕਰਨ ਕਹਿੰਦੇ ਹਾਂ। ਠੀਕ ਹੈ, ਸੋ ਇਹ ਹਾਈਪੋਟੇਨਿਊਸ ਕਹਿੰਦੇ ਇਹਨੂੰ। ਇਹ ਬਸ ਇਹ ਸਿਰਫ ਰਾਈਟ ਐਂਗਲ ਟ੍ਰਾਇੰਗਲ ਵਿੱਚ ਹੈਗਾ, ਹੋਰ ਕਿਸੇ ਟ੍ਰਾਇੰਗਲ ਵਿੱਚ ਨਹੀਂ। ਹੋਰ ਕਿਸੇ ਟ੍ਰਾਇੰਗਲ ਨੂੰ ਇਹ ਰੁਤਬਾ ਹਾਸਿਲ ਨਹੀਂ ਹੈਗਾ। ਜਿਹੜਾ ਸਿਰਫ ਰਾਈਟ ਐਂਗਲ ਟ੍ਰਾਇੰਗਲ ਹੈ, ਉਹਦੇ ਵਿੱਚ 90 ਡਿਗਰੀ ਐਂਗਲ ਦੀ ਜਿਹੜੀ ਆਪੋਜ਼ਿਟ ਸਾਈਡ ਹੈ, ਉਹਨੂੰ ਕਿਹਾ ਜਾਂਦਾ ਹੈ ਹਾਈਪੋਟੇਨਿਊਸ। ਤੇ ਹਾਈਪੋਟੇਨਿਊਸ ਦੀ ਖਾਸ ਗੱਲ ਕੀ ਹੈਗੀ ਹੈ? ਹਾਈਪੋਟੇਨਿਊਸ ਇਜ਼ ਦੀ ਲੌਂਗੈਸਟ ਸਾਈਡ ਇਨ ਐਨੀ ਰਾਈਟ ਐਂਗਲ ਟ੍ਰਾਇੰਗਲ। ਮਤਲਬ ਕਿ ਇਹ ਜਿਹੜੀ ਸਾਈਡ ਹੋਏਗੀ 90 ਡਿਗਰੀ, ਇਹ ਤੋਂ ਵੀ ਲੰਬੀ ਹੋਏਗੀ, ਇਹ ਤੋਂ ਵੀ ਲੰਬੀ ਹੋਏਗੀ। ਤੁਸੀਂ ਕੋਈ ਵੀ ਟ੍ਰਾਇੰਗਲ, ਰਾਈਟ ਐਂਗਲ ਟ੍ਰਾਇੰਗਲ 90 ਡਿਗਰੀ ਕੋਣ ਵਾਲਾ ਕੋਈ ਵੀ ਤ੍ਰਿਭੁਜ ਟ੍ਰਾਇੰਗਲ ਬਣਾ ਕੇ ਦੇਖ ਲਓ, ਛੋਟਾ ਵੱਡਾ ਜਿਹੜਾ ਮਰਜੀ, ਹਮੇਸ਼ਾ ਤੁਸੀਂ ਦੇਖੋਗੇ ਜਿਹੜੀ ਇਹ ਵਾਲੀ ਸਾਈਡ ਹੈ, ਇਹ ਵਾਲੀ ਸਾਈਡ, ਉਹ ਇਹਦੇ ਤੋਂ ਵੀ ਤੇ ਇਹਦੇ ਤੋਂ ਵੀ ਲੰਬੀ ਹੋਏਗੀ। ਇਟ ਇਜ਼ ਦੀ ਲੌਂਗੈਸਟ ਸਾਈਡ ਇਨ ਐਨੀ ਰਾਈਟ ਐਂਗਲ ਟ੍ਰਾਇੰਗਲ। ਦੀ ਅਦਰ ਟੂ ਸਾਈਡਸ ਆਰ ਨੋਨ ਐਜ਼ ਦੀ ਲੈਗਸ ਆਫ ਦੀ ਰਾਈਟ ਐਂਗਲ ਟ੍ਰਾਇੰਗਲ। ਇਹ ਜਿਹੜੀਆਂ ਦੋ ਸਾਈਡਾਂ ਬਚ ਜਾਂਦੀਆਂ, ਇਹਨਾਂ ਨੂੰ ਕਿਹਾ ਜਾਂਦਾ ਲੈਗਸ। ਠੀਕ ਹੈ, ਦਸ ਇਨ ਦੀ ਗਿਵਨ ਫਿਗਰ AB and BC are the legs, AB and BC are the legs, and AC is the hypotenuse। ਜਿਹੜੀ AC ਹੈ ਇਹ hypotenuse। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡਾ ਨੋਟਸ ਦਾ ਅਗਲਾ ਸੈਕਸ਼ਨ ਪਾਰਟ 4, ਜਿਹਦੇ ਵਿੱਚ ਅਸੀਂ ਜਾਣਕਾਰੀ ਹਾਸਿਲ ਕੀਤੀ ਹੈ ਬੇਸ ਐਂਗਲਸ, ਐਪੈਕਸ ਐਂਗਲ, ਇੰਟੀਰੀਅਰ ਐਂਗਲਸ, ਫਿਰ ਐਡਜੈਸੈਂਟ ਇੰਟੀਰੀਅਰ ਐਂਗਲ, ਤੇ ਫਿਰ opposite interior angles, exterior angle, angle sum property,
relationship between exterior angle and the opposite interior angles, relationship between exterior angle and the adjacent interior angle। ਇਹ ਸਾਰੀਆਂ ਗੱਲਾਂ ਬੜੀਆਂ ਮਹੱਤਵਪੂਰਨ, ਬੜੀਆਂ ਇੰਪੋਰਟੈਂਟ ਨੇ ਤੇ ਸਾਰੀਆਂ ਅੱਗੇ ਤੁਹਾਡੀ 8ਵੀਂ 9ਵੀਂ 10ਵੀਂ 'ਚ ਵੀ ਇਹੀ ਗੱਲਾਂ ਅੱਗੇ ਗਾਂ ਤੋਂ ਗਾਂ ਯੂਜ਼ ਹੋਣਗੀਆਂ। ਇਸ ਕਰਕੇ ਸਾਰੀਆਂ ਗੱਲਾਂ ਨੂੰ ਬੜੇ ਤੁਸੀਂ ਰੀਝ ਦੇ ਨਾਲ ਮਿਹਨਤ ਕਰਕੇ ਇਹਨਾਂ ਨੂੰ ਕੰਠ ਕਰ ਲੈਣਾ ਹੈ, ਇਹਨਾਂ ਨੂੰ ਯਾਦ ਕਰ ਲੈਣਾ ਹੈ, ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਵੀ ਕਰਨਾ ਹੈ। ਸੋ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਤੁਸੀਂ ਮਨ ਲਗਾ ਕੇ ਨੇਮ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।